ਭਾਈ ਗੁਰੂ ਪਹਿਲਾਂ ਸਤਿਗੁਰੂ ਕਹਿਣ ਲੱਗੇ, ਇਹੋ ਜਿਹਾ ਭਿਆਨਕ ਸਮਾਂ ਆਇਆ ਕਿ ਕੁੱਤੇ ਮੂੰਹ ਬਿਰਤੀ ਬਣ ਗਈ ਲੋਭ ਵਾਲੀ, ਤੇ ਰਾਜੇ ਨੇ ਜਿਹੜੇ ਉਹ ਪਾਪ ਕਮਾਉਂਦੇ ਆ। ਰਾਜੇ ਦਾ ਕੰਮ ਤੇ ਹੁੰਦਾ ਪ੍ਰਜਾ ਦੀ ਸੇਵਾ ਕਰਨਾ, ਪਰ ਬਚਨ ਆਇਆ ਵੀ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਇਹ ਇਸ ਤਰ੍ਹਾਂ ਮਾਨੋ ਵੀ ਵਾੜ ਖੇਤ ਨੂੰ ਖਾਂਦੀ ਪਈ ਆ। ਵਾੜ ਤੇ ਤਾਂ ਕਰੀਦੀ ਹੈ ਕਿ ਖੇਤ ਸੁਰੱਖਿਅਤ ਰਹਿ ਸਕੇ, ਪਰ ਵਾੜ ਹੀ ਖੇਤ ਨੂੰ ਖਾ ਰਹੀ ਆ। ਫਿਰ ਇੱਥੇ ਬਸ ਨਹੀਂ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਉਸ ਵੇਲੇ ਵਕਤੀ ਜਿਹੜੇ ਗੁਰੂ ਨੇ ਚੇਲਿਆਂ ਦੇ ਇਸ਼ਾਰਿਆਂ 'ਤੇ ਨੱਚਦੇ ਆ, ਸੇਵਕ ਘਰਾਂ ਵਿੱਚ ਬੈਠੇ ਆ, ਗੁਰੂ ਉੱਠ ਕੇ ਸੇਵਕਾਂ ਦੇ ਘਰ 'ਚ ਜਾਂਦਾ। ਵੇਖੋ ਉਲਟ ਕਰਮੇ, ਨਹੀਂ ਤਾਂ ਸਿੱਖ ਸੇਵਕ ਗੁਰੂ ਕੋਲ ਚੱਲ ਕੇ ਆਉਂਦਾ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਚੇਲੇ ਸਾਜ ਵਜਾਏ ਦੇ ਨੱਚਨ ਗੁਰੂ ਬਹੁਤ ਵਿਦ ਭਾਈ। ਚੇਲਿਆਂ ਦੇ ਇਸ਼ਾਰੇ 'ਤੇ ਗੁਰੂ ਨੱਚਦਾ ਹੈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੇ ਤਨਾੜੇ ਜਾਈ। ਤੇ ਅੱਗੇ ਜਿਹੜਾ ਵਚਨ ਵਰਤਿਆ, ਕਹਿਣ ਲੱਗੇ ਜਿਹੜੀ ਪ੍ਰਜਾ ਹੈ, ਆਮ ਲੋਕ ਨੇ ਕਹਿ ਲਓ, ਉਹ ਵੀ ਗਿਆਨ ਤੋਂ ਸਖਨੇ ਨੇ। ਪ੍ਰਜਾ ਅੰਧੀ ਗਿਆਨ ਬਿਨ ਕੀ ਕਰਦੇ ਨੇ, ਕੂੜ ਕੁਸੱਤ ਮੁੱਖੋਂ ਆਲਾਈ। ਸੱਚ ਕੋਈ ਨਹੀਂ ਬੋਲਦਾ, ਝੂਠ ਦਾ ਸਹਾਰਾ ਲੈ ਕੇ ਦਿਨ ਰਾਤ ਇੱਕ ਦੂਜੇ ਨੂੰ ਝੂਠ ਬੋਲਦੇ ਆ। ਤੇ ਵਕਤੀ ਇੱਕ ਪੁਰਖ ਉਹ ਹੁੰਦਾ ਜਿਹਨੇ ਨਿਆਂ ਕਰਨਾ, ਜਿਵੇਂ ਅੱਜ ਅਦਾਲਤ ਵਿੱਚ ਜੱਜ ਤੇ ਉਸ ਵੇਲੇ ਦਾ ਕਾਜੀ। ਹੁਣ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਉਹ ਰਿਸ਼ਵਤਖੋਰ ਹੈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਉਹ ਵੱਡੀ ਲੈਂਦਾ, ਰਿਸ਼ਵਤ ਲੈਂਦਾ, ਕਿਸੇ ਦਾ ਹੱਕ ਸੰਭਾਲਦਾ ਨਹੀਂ, ਕਿਸੇ ਦਾ ਹੱਕ ਗਵਾਉਂਦਾ। ਤੇ ਅੱਗੇ ਸਭ ਤੋਂ ਪਵਿੱਤਰ ਇੱਕ ਰਿਸ਼ਤਾ ਸੀ ਜੀ, ਪਤੀ ਪਤਨੀ ਦਾ। ਭਾਈ ਸਾਹਿਬ ਕਹਿੰਦੇ ਆ, ਕਹਿਣ ਲੱਗੇ ਪਤੀ ਤੇ ਪਤਨੀ ਦਾ ਰਿਸ਼ਤਾ ਵੀ ਕੇਵਲ ਦਾਮ ਤੱਕ ਸੀਮਤ ਤੇ ਟਕਿਆਂ ਤੱਕ, ਤੇ ਟਕਿਆਂ ਪਿੱਛੇ ਲੱਗ ਕੇ ਪਤੀ ਵੀ ਤੇ ਪਤਨੀ ਵੀ ਆਪਣੇ ਜੀਵਨ ਦੀ ਮਰਿਆਦਾ ਕਾਇਮ ਨਹੀਂ ਰੱਖਦੇ। ਕੋਈ ਕਿੱਥੇ ਚਲਿਆ ਜਾਏ, ਕਿੱਥੋਂ ਵਾਪਸ ਆਏ, ਉਹਨਾਂ ਦਾ ਗ੍ਰਸਤੀ ਜੀਵਨ ਵੀ ਪਵਿੱਤਰ ਨਹੀਂ ਆ। ਸ਼ਬਦ ਵਰਤਿਆ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਵੈ ਕਿਥਾਉ ਜਾਈ। ਤੇ ਸ਼ਬਦ ਕਿਹਾ ਜੀ, ਵਰਤਿਆ ਪਾਪ ਸਭ ਜਗ ਮਾਹੀ। ਚਾਰ ਚੁਫੇਰੇ ਮਾਨੋ ਸਭ ਪਾਸੇ ਪਾਪ ਵਰਤ ਗਿਆ। ਨਾ ਰਾਜਾ ਧਰਮੀ, ਨਾ ਪ੍ਰਜਾ ਗਿਆਨਵਾਨ, ਨਾ ਵਕਤੀ ਗੁਰੂ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਹੈ, ਉਹ ਵੀ ਗੁਰੂ ਕਹਾਉਣ ਦੇ ਲਾਇਕ ਕੋਈ ਨਹੀਂ। ਤੇ ਵਕਤੀ ਕਾਜੀ ਵੀ ਤੇ ਗ੍ਰਸਤੀ ਲੋਕ, ਇਹਨਾਂ ਵਿੱਚੋਂ ਕੋਈ ਐਸਾ ਨਹੀਂ ਜਿਹੜਾ ਆਪਣੇ ਧਰਮ 'ਤੇ ਖਲੋਤਾ ਹੋਵੇ। ਸਾਰੇ ਧਰਮ ਤੋਂ ਡਿੱਗੇ ਹੋਏ ਨੇ। ਇੱਕ ਬਚਨ 'ਤੇ ਇਹ ਹੋ ਗਿਆ। ਇੱਕ ਬਚਨ ਬਾਣੀ ਵਿੱਚ ਆਉਂਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ 3 ਲੋਕ ਸਨ, ਕਾਜੀ, ਜੋਗੀ ਤੇ ਬ੍ਰਾਹਮਣ। ਕਾਜੀ ਦਾ ਕੰਮ ਸੀ ਨਿਆਂ ਕਰਨਾ, ਉਹ ਕਰਦਾ ਕੋਈ ਨਹੀਂ। ਬ੍ਰਾਹਮਣ ਦਾ ਕਰਮ ਸੀ ਧਰਮ ਦੀ ਗੱਲ ਸਮਝਾਉਣੀ, ਉਹ ਧਰਮ ਦਾ ਪਰਦਾ ਪਾ ਕੇ ਲੋਕਾਂ ਨੂੰ ਲੁੱਟਦਾ। ਤੇ ਤੀਜਾ ਜੋਗੀ ਦਾ ਕੰਮ ਸੀ ਗਿਆਨ ਵੰਡਣਾ, ਉਹ ਖੁਦ ਜਿਉਣ ਦੀ ਜੁਗਤ ਭੁੱਲ ਗਿਆ, ਕਿਸੇ ਨੂੰ ਕੀ ਦੱਸੇਗਾ। ਤੇ ਸਤਿਗੁਰੂ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਤਿੰਨਾਂ ਨੇ ਸਮਾਜ ਦਾ ਭਲਾ ਕਰਨਾ ਸੀ, ਤਿੰਨੇ ਮਾਨੋ ਉਜਾੜਦੇ ਪਏ ਨੇ। ਸ਼ਬਦ ਵਰਤਿਆ, ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ। ਬ੍ਰਾਹਮਣ ਮਾਨੋ ਜੀ ਘਾਤ ਕਰਦਾ ਪਿਆ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਕਾਏ। ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਜੋਗੀ ਜਿਉਣ ਦੀ ਜੁਗਤ ਭੁੱਲ ਗਿਆ, ਤਿੰਨੇ ਉਜਾੜਦੇ ਪਏ ਨੇ। ਇੱਕ ਗੁਰਮੁਖ ਵਿਦਵਾਨ ਨੇ ਛੋਟੀ ਜਿਹੀ ਇੱਕ ਕਹਾਣੀ ਸਮਝਾਉਣ ਵਾਸਤੇ ਲਿਖੀ, ਕਾਜੀ ਕਿਵੇਂ ਝੂਠ ਬੋਲਦਾ, ਰਿਸ਼ਵਤਖੋਰੀ ਕਿਵੇਂ ਕਰਦਾ। ਉਹ ਗੁਰਮੁਖ ਵਿਦਵਾਨ ਕਹਿੰਦਾ, ਇੱਕ ਜ਼ਿਮੀਂਦਾਰ ਬੰਦਾ ਤੇ ਇੱਕ ਕੱਪੜਾ ਬੁਣਨ ਵਾਲਾ, ਜਿਹਨੂੰ ਆਪਾਂ ਉਂਝ ਕਹਿੰਦੇ ਆ ਜੁਲਾਹਾ ਵੀਰ, ਦੋਨਾਂ ਇਹਨਾਂ ਦਾ, ਇੱਕ ਜ਼ਿਮੀਂਦਾਰ ਹਲ ਵਾਹੁਣ ਵਾਲਾ, ਖੇਤੀ ਕਰਨ ਵਾਲਾ, ਤੇ ਜੁਲਾਹੇ ਵੀਰ ਦਾ ਆਪਸ ਵਿੱਚ ਝਗੜਾ ਹੋ ਗਿਆ।
ਝਗੜਾ ਇੰਨਾ ਕੁ ਵੱਧ ਗਿਆ ਕਿ ਗੱਲ ਕਾਜੀ ਤੱਕ ਪਹੁੰਚ ਗਈ। ਤੇ ਜਦੋਂ ਕਾਜੀ ਕੋਲ ਗਏ ਤੇ ਦੋਨਾਂ ਨੇ ਆਪੋ ਆਪਣੀ ਗੱਲਬਾਤ ਦੱਸੀ ਤੇ ਕਾਜੀ ਨੇ ਇੱਕ ਤਾਰੀਖ ਦੇ ਦਿੱਤੀ ਕਿ ਫਲਾਣੇ ਦਿਨ ਤੁਸੀਂ ਕਚਹਿਰੀ ਵਿੱਚ ਆਉਣਾ ਤੇ ਤੁਹਾਡਾ ਨਿਆਂ ਕੀਤਾ ਜਾਏਗਾ। ਕਹਿਣ ਲੱਗੇ ਕੁਝ ਦਿਨ ਵਿੱਚ ਨੇ ਤਾਰੀਖ ਦੇ, ਦੋਨੋਂ ਆਪਣੇ ਘਰਾਂ ਨੂੰ ਵਾਪਸ ਆਏ ਤੇ ਜਿਹੜਾ ਜੁਲਾਹਾ ਵੀਰ ਸੀ ਨਾ, ਕੱਪੜੇ ਦਾ ਕੰਮ ਕਰਨ ਵਾਲਾ, ਉਸ ਵੀਰ ਨੇ ਕੀ ਕੀਤਾ, ਇੱਕ ਸੋਹਣੀ ਜੀ ਪਗੜੀ ਪੱਗ ਤਿਆਰ ਕੀਤੀ ਤੇ ਉਹਨੇ ਤਿਆਰ ਕਰਕੇ ਤੇ ਪਹਿਲਾਂ ਹੀ ਜਾ ਕੇ ਕਾਜੀ ਦੇ ਘਰ ਉਹਨੂੰ ਅਦਬ ਸਤਿਕਾਰ ਨਾਲ ਉਹ ਪਗੜੀ ਭੇਟ ਕੀਤੀ। ਪਗੜੀ ਭੇਟ ਕਰਨ ਦਾ ਭਾਵ ਰਿਸ਼ਵਤ ਦੇ ਦਿੱਤੀ। ਤੇ ਦੂਸਰਾ ਜਿਹੜਾ ਜ਼ਿਮੀਂਦਾਰ ਸੀ, ਉਹਦੇ ਘਰ ਗੁਰਮੁਖੋ ਕਹਿੰਦੇ ਨੇ ਬਲਦ ਖਲੋਤਾ ਸੀ ਕੀਮਤੀ। ਉਹਨੇ ਜਿਉਂ ਆਪਣੇ ਕਿੱਲੇ ਨਾਲੋਂ ਬਲਦ ਖੋਲ੍ਹਿਆ ਘਰ ਵਿੱਚੋਂ ਤੇ ਉਹ ਕਾਜੀ ਦੇ ਘਰ ਜਾ ਕੇ ਬੰਨ੍ਹ ਦਿੱਤਾ। ਦੋਨਾਂ ਰਿਸ਼ਵਤ ਦੇ ਦਿੱਤੀ। ਕਹਿੰਦੇ ਉਹ ਦਿਨ ਨੇੜੇ ਆਇਆ ਜਿਸ ਦਿਨ ਤਾਰੀਖ ਇਹ ਫੈਸਲਾ ਹੋਣਾ। ਦੋਨੋਂ ਚਲੇ ਗਏ ਕਾਜੀ ਦੀ ਕਚਹਿਰੀ 'ਚ ਕਹਿ ਲਓ। ਜਦੋਂ ਗਏ ਲੋਕਾਂ ਦਾ ਵੀ ਇਕੱਠ ਤੇ ਦੋਨੋਂ ਬੈਠੇ ਨੇ ਤੇ ਕਾਜੀ ਦਲੀਲਾਂ ਅਪੀਲਾਂ ਸੁਣ ਕੇ ਤੇ ਜਦੋਂ ਆਪਣਾ ਫੈਸਲਾ ਸੁਣਾਉਣ ਲੱਗਦਾ ਹੈ ਤੇ ਉਹ ਫੈਸਲਾ ਜ਼ਿਮੀਂਦਾਰ ਵਾਲੇ ਪਾਸੇ ਨੂੰ ਵੱਧਦਾ ਜਾਂਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਵੀ ਇਹਦੇ ਹੱਕ ਵਿੱਚ ਜਾਏਗਾ। ਜਦੋਂ ਉਹ ਜ਼ਿਮੀਂਦਾਰ ਵਾਲੇ ਪਾਸੇ ਨੂੰ ਵੱਧਦਾ ਹੈ ਤੇ ਉਹ ਵਿਚਾਰਾ ਜੁਲਾਹਾ ਵੀਰ ਉੱਠ ਕੇ ਖਲੋ ਕੇ ਕਹਿਣ ਲੱਗਿਆ, ਕਾਜੀ ਮੇਰੀ ਪਗੜੀ ਦਾ ਖਿਆਲ ਰੱਖੀ। ਤੇ ਅੱਗੋਂ ਕਹਿਣ ਲੱਗੇ, ਕਾਜੀ ਨੇ ਕਿਹਾ ਤੇਰੀ ਪੱਗ ਨੂੰ ਕਦੋਂ ਦਾ ਬਲਦ ਖਾ ਗਿਆ। ਭਾਵ ਕੀ ਹੋ ਗਿਆ ਕਿ ਬਲਦ ਕੀਮਤੀ ਹੈ ਤੇ ਤੇਰੀ ਪੱਗ ਨੂੰ ਬਲਦ ਖਾ ਗਿਆ, ਭਾਵ ਇਹਦੀ ਰਿਸ਼ਵਤ ਵੱਡੀ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਉਹ ਹੱਕ ਕਿਸੇ ਦਾ ਸੰਭਾਲਦਾ ਕੋਈ ਨਹੀਂ ਤੇ ਹੱਕ ਗਵਾਉਂਦਾ ਹੈ। ਤੇ ਗੁਰਬਾਣੀ ਨੇ ਕਿਹਾ ਤਿੰਨੇ ਲੋਕ ਕਾਜੀ ਬ੍ਰਾਹਮਣ ਜੋਗੀ ਆਪਣੇ ਧਰਮ ਤੋਂ ਮੁਨਕਰ ਹੋ ਗਏ। ਮੁਨਕਰ ਹੋਣ ਤੋਂ ਬਾਅਦ ਤੇ ਇਹ ਸਮਾਜ ਦਾ ਉਜਾੜਾ ਪਾਉਂਦੇ ਪਏ ਨੇ। ਗੁਰਮੁਖੋ ਮੈਂ ਬੇਨਤੀ ਕਰਾਂ, ਇਹੋ ਜਿਹੇ ਹਾਲਾਤ ਸਨ। ਬਾਣੀ ਵਿੱਚ ਤੇ ਹੋਰ ਵੀ ਬਚਨ ਨੇ, ਆਪਾਂ ਪੜ੍ਹਦੇ ਹਾਂ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਉ, ਰਾਤ ਪਿੱਤ ਕੁੱਤਿਓ ਚੱਟ ਜਾਊ। ਇਹੋ ਜਿਹੇ ਹਾਲਾਤ ਸਨ ਵੀ ਰਾਜੇ ਮਾਨੋ ਖੁੰਖਾਰ ਸ਼ੇਰਾਂ ਵਾਲੀ ਬਿਰਤੀ ਧਾਰਨ ਕਰਕੇ ਨਾਲ ਰਹਿਣ ਵਾਲੇ ਕੂਕਰਾਂ ਦੀ ਬਿਰਤੀ ਧਾਰਨ ਕੀਤੀ ਆ। ਤੇ ਮਹਾਰਾਜ ਕਹਿਣ ਲੱਗੇ ਉਹ ਲੋਕਾਂ ਨੂੰ ਮਾਨੋ ਨੋਚਦੇ ਪਏ ਨੇ। ਗੁਰਮੁਖੋ ਜਾਂ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਹੈ ਕਿ ਉਸ ਵੇਲੇ ਚਾਰ ਚੁਫੇਰੇ ਇੰਨਾ ਹਨੇਰਾ ਛਾ ਗਿਆ, ਕਹਿ ਲਓ ਪਾਪ ਵੱਧ ਗਏ ਕਿ ਸੱਚ ਕਿਤੇ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਸੱਚ ਦਿਸਦਾ ਕੋਈ ਨਹੀਂ ਤੇ ਚਾਰ ਚੁਫੇਰੇ ਕੂੜ ਵਾਪਰਦਾ ਪਿਆ। ਜਦੋਂ ਇੰਨਾ ਕੂੜ ਵਾਪਰਿਆ ਤੇ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ। ਮੈਂ ਫਿਰ ਤੁਹਾਨੂੰ ਬੇਨਤੀ ਕਹਿਣ ਲੱਗਿਆ, ਧਰਮ ਪਹਿਲਾਂ ਵੀ ਨੇ, ਆਪਾਂ ਇੱਧਰ ਨਹੀਂ ਤੁਰਨਾ ਵੀ ਉਹਨਾਂ ਦੇ ਅਸੂਲ ਕੀ ਮਰਿਆਦਾ। ਸਨਾਤਨ ਮਤ ਹੈ, ਫਿਰ ਜੈਨ ਮਤ ਹੈ, ਈਸਾਈ ਮਤ ਹੈ, ਬੁੱਧ ਮਤ ਹੈ। ਧਰਮ ਪਹਿਲਾਂ ਵੀ ਨੇ ਤੇ ਚਲੋ ਕੁਝ ਉਹ ਵੀ ਨੇ ਵੀ ਜਿਨ੍ਹਾਂ ਦੇ ਧਰਮਾਂ ਨੇ ਆਪੋ ਆਪਣੀ ਮਰਿਆਦਾ ਬੰਨ੍ਹ ਕੇ ਜੇ ਇੱਕੋ ਸ਼ਬਦ ਵਿੱਚ ਗੱਲ ਕਹਿਣੀ ਹੋਵੇ ਤੇ ਪੂਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਨਹੀਂ ਸੀ, ਬਲਕਿ ਧਰਮ ਵੀ ਐਸੇ ਸਨ ਕੁਝ ਜਿਹੜੇ ਵਿਤਕਰਾ ਪੈਦਾ ਕਰਦੇ ਸਨ। ਗੁਰਮੁਖੋ ਫਿਰ ਭਾਈ ਗੁਰਦਾਸ ਸਾਹਿਬ ਇੱਕ ਬਚਨ ਕਹਿੰਦੇ ਆ, ਕਹਿਣ ਲੱਗੇ ਮਾਨੋ ਧਰਤੀ ਪਾਪਾਂ ਕਰਕੇ ਕੁਰਲਾ ਉੱਠੀ ਤੇ ਉਸ ਧਰਤੀ ਨੇ ਪੁਕਾਰ ਕੇ ਕੁਰਲਾ ਕੇ ਤੇ ਫਿਰ ਉਸ ਮਾਲਕ ਪਰਮੇਸ਼ਵਰ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਅਰਦਾਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਆਪਾਂ ਬਚਨ ਪੜ੍ਹਦੇ ਹਾਂ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਵਿੱਚੋਂ ਕੀਤੀ ਅਰਦਾਸ ਵਿੱਚੋਂ ਪਾਪਾਂ ਨਾਲ ਕੁਰਲਾ ਕੇ ਉਹਨੇ ਕਿਹਾ ਵੀ ਕਿਰਪਾ ਕਰ ਪ੍ਰਮਾਤਮਾ, ਕੋਈ ਇਹੋ ਜਿਹਾ ਰੱਬੀ ਪੁਰਖ ਕਲ ਜੀ ਦੇ ਨਾਲ ਮੇਰੇ ਪਾਪਾਂ ਦਾ ਪਾਰ ਉਤਾਰਾ ਹੋਵੇ, ਪਾਪਾਂ ਤੋਂ ਖਹਿੜਾ ਛੁੱਟੇ, ਝੂਠ ਦਾ ਪੁਲੰਦਾ ਬੰਦ ਹੋਵੇ ਤੇ ਸੱਚ ਦਾ ਪ੍ਰਕਾਸ਼ ਹੋਵੇ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਣਾ। ਗੁਰਮੁਖੋਂ
ਥੋੜ੍ਹਾ ਜਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਿਵਾਰਕ ਪਿਛੋਕੜ ਵਾਲੇ ਵੀ ਪਾਸੇ ਵੀ ਧਿਆਨ ਦਿਓ ਅਤੇ ਇਹਨੂੰ ਧਿਆਨ ਵਿੱਚ ਰੱਖੋ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੁਰਖੇ ਵਡੇਰੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਤਹਿਸੀਲ ਤਰਨ ਤਾਰਨ ਸਾਹਿਬ, ਇੱਥੇ ਇੱਕ ਨਗਰ ਪੈਂਦਾ ਸੀ ਪੱਠੇ ਵਿੰਡ, ਜਿਹਨੂੰ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਆਖਿਆ ਜਾਂਦਾ। ਪੱਠੇ ਵਿੰਡ ਦੀ ਧਰਤੀ 'ਤੇ ਇੱਕ ਭਲਾ ਪੁਰਖ ਰਹਿੰਦਾ ਜਿਹਦਾ ਨਾਮ ਹੈ ਰਾਮ ਨਰਾਇਣ। ਇਹ ਰਾਮ ਨਰਾਇਣ ਗੁਰੂ ਨਾਨਕ ਸਾਹਿਬ ਜੀ ਦਾ ਪੜਦਾਦਾ ਜੀ ਹੈ ਅਤੇ ਰਾਮ ਨਰਾਇਣ ਦਾ ਅੱਗੇ ਪੋਤੇ ਜਿਹਦਾ ਨਾਮ ਹੈ ਸ਼ਿਵ ਨਾਰਾਇਣ। ਸ਼ਿਵ ਨਾਰਾਇਣ ਦੇ ਘਰੋਂ ਮਾਤਾ ਜੀ ਮਾਤਾ ਬਨਾਰਸੀ, ਇਹ ਦਾਦਾ ਅਤੇ ਦਾਦੀ ਨੇ। ਅਤੇ ਗੁਰਮੁਖੋ ਸ਼ਿਵ ਨਾਰਾਇਣ ਦੇ ਗ੍ਰਹਿ ਵਿਖੇ ਮਾਤਾ ਬਨਾਰਸੀ ਜੀ ਦੀ ਕੁੱਖ ਤੋਂ 2 ਸਪੁੱਤਰਾਂ ਦਾ ਜਨਮ ਹੋਇਆ। ਇੱਕ ਭਾਈ ਲਾਲੂ ਅਤੇ ਦੂਜੇ ਨੇ ਮਹਿਤਾ ਕਾਲੂ ਜੀ। ਗੁਰਮੁਖੋ ਜਿਹੜੇ ਮਹਿਤਾ ਕਾਲੂ ਜੀ ਨੇ, ਯਾਦ ਰੱਖੋ ਇਹਨਾਂ ਦਾ ਜਨਮ ਪੱਠੇ ਵਿੰਡ ਦਾ, ਪਰ ਸਮੇਂ ਦੇ ਨਾਲ ਨੌਕਰੀ ਦੀ ਭਾਲ ਵਿੱਚ ਕਹਿ ਲਓ, ਕਿਰਤਕਾਰ ਦੇ ਲਈ ਇਹ ਇੱਥੋਂ ਚੱਲ ਕੇ ਪੜ੍ਹੇ ਲਿਖੇ ਸਨ ਅਤੇ ਰਾਏ ਭੋਇੰ ਦੀ ਤਲਵੰਡੀ ਆ ਗਏ। ਧਿਆਨ ਵਿੱਚ ਰੱਖੋ, ਰਾਏ ਭੋਇੰ ਦੀ ਤਲਵੰਡੀ 'ਤੇ ਆਏ, ਇੱਥੇ ਨੌਕਰੀ ਚਾਕਰੀ ਕਿਰਤਕਾਰ ਸ਼ੁਰੂ ਕੀਤੀ। ਅਤੇ ਇੱਕ ਦੂਜਾ ਪਰਿਵਾਰ ਹੈ, ਚਾਹਲ ਪਿੰਡ ਹੈ, ਉਹ 'ਚ ਇੱਕ ਭਾਈ ਰਾਮਾ ਜੀ ਨੇ, ਉਹਨਾਂ ਦੇ ਘਰ ਵਾਲੀ ਮਾਤਾ ਪਿਰਾਈ ਜੀ, ਅਤੇ ਇਹਨਾਂ ਦੀ ਕੁੱਖ ਤੋਂ ਇੱਕ ਪੁੱਤਰ ਅਤੇ 2 ਧੀਆਂ ਨੇ। 2 ਧੀਆਂ ਬੀਬੀ ਲੱਖੋ ਅਤੇ ਦੂਸਰੀ ਬੀਬੀ ਤ੍ਰਿਪਤਾ, ਅਤੇ ਇੱਕ ਪੁੱਤਰ ਭਾਈ ਕ੍ਰਿਸ਼ਨਾ। ਅਤੇ ਗੁਰਮੁਖੋ ਇਹ ਜਿਹੜੀ ਭਾਈ ਰਾਮਾ ਜੀ ਅਤੇ ਇਹਨਾਂ ਦੇ ਧਰਮ ਸੁਪਤਨੀ ਮਾਤਾ ਪਿਰਾਈ ਜੀ, ਇਹਨਾਂ ਦੇ ਗ੍ਰਹਿ ਵਿਖੇ ਜਨਮ ਹੋਇਆ ਮਾਤਾ ਤ੍ਰਿਪਤਾ ਜੀ ਦਾ। ਸਮੇਂ ਦੇ ਨਾਲ ਜਦੋਂ ਮਾਤ ਤ੍ਰਿਪਤਾ ਜੀ ਭਰ ਜਵਾਨੀ 'ਤੇ ਆਏ, ਵਿਆਹੁਣਯੋਗ ਹੋਏ, ਹਰ ਮਾਂ ਬਾਪ ਵਰ ਲੱਭਦਾ, ਅਤੇ ਇਹਨਾਂ ਨੇ ਉਸ ਵੇਲੇ ਆਪਣੀ ਧੀ ਦਾ ਰਿਸ਼ਤਾ, ਭਾਵ ਮਾਤਾ ਤ੍ਰਿਪਤਾ ਜੀ ਦਾ ਰਿਸ਼ਤਾ ਗੁਰਮੁਖੋ ਕੀਤਾ ਮਹਿਤਾ ਕਾਲੂ ਜੀ ਦੇ ਨਾਲ। ਅਤੇ ਗੁਰਮੁਖੋ ਇਹਨਾਂ ਦੇ ਗ੍ਰਹਿ ਵਿਖੇ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਇਹਨਾਂ ਦੇ ਗ੍ਰਹਿ ਵਿਖੇ ਸਭ ਤੋਂ ਪਹਿਲਾਂ ਚਾਹਲ ਪਿੰਡੀ 1664 ਈਸਵੀ ਦੇ ਅੰਦਰ, 1464 ਈਸਵੀ ਅੰਦਰ ਇਹਨਾਂ ਦੇ ਗ੍ਰਹਿ ਵਿਖੇ 1464 ਈਸਵੀ ਦੇ ਅੰਦਰ ਪਿੰਡ ਚਾਹਲ ਦੀ ਧਰਤੀ 'ਤੇ ਮਾਂ ਤ੍ਰਿਪਤਾ ਦੀ ਕੁੱਖ ਨੂੰ ਭਾਗ ਲੱਗਿਆ ਅਤੇ ਇੱਕ ਧੀ ਦਾ ਜਨਮ ਹੋਇਆ। ਨਾਨਕੇ ਪਿੰਡ ਜਨਮ ਹੋਇਆ ਸੀ ਅਤੇ ਉਸ ਵੇਲੇ ਨਾਮ ਇਸੇ ਤਰ੍ਹਾਂ ਰੱਖ ਦਿੰਦੇ ਸਨ, ਅਤੇ ਪਿਆਰ ਨਾਲ ਨਾਮ ਰੱਖਿਆ ਬੇਬੇ ਨਾਨਕੀ। ਨਾਨਕੀ ਨਾਮ ਰੱਖਿਆ ਅਤੇ 5 ਸਾਲਾਂ ਬਾਅਦ ਫਿਰ ਕਿਰਪਾ ਵਰਤਣੀ ਆ। ਥੋੜ੍ਹਾ ਤੁਸੀਂ ਇਹਨੂੰ ਫਿਰ ਧਿਆਨ ਵਿੱਚ ਰੱਖੋ। ਚਾਹਲ ਪਿੰਡ ਦੀ ਧਰਤੀ 'ਤੇ 1464 ਈਸਵੀ ਦੇ ਅੰਦਰ ਬੇਬੇ ਨਾਨਕੀ ਜੀ ਦਾ ਜਨਮ ਹੁੰਦਾ ਹੈ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ। ਗੁਰਮੁਖੋ 5 ਸਾਲ ਦਾ ਵਕਫਾ ਸਮਾਂ ਲੰਘਿਆ। ਉਸ ਅਕਾਲ ਪੁਰਖ ਨੇ ਫਿਰ ਕਿਰਪਾ ਕੀਤੀ, ਇੱਧਰ ਧਰਤੀ ਦੀ ਪੁਕਾਰ, ਇੱਥੇ ਸੁਣੀ ਪੁਕਾਰ ਦਾਤਾਰ ਪ੍ਰਭ, ਇਹ ਕਿਰਪਾ ਵਰਤੀ। ਅਤੇ 5 ਸਾਲਾਂ ਬਾਅਦ ਫਿਰ ਕੁੱਖ ਨੂੰ ਭਾਗ ਲੱਗਿਆ ਮਾਤਾ ਤ੍ਰਿਪਤਾ ਜੀ ਦੀ, ਅਤੇ ਇੱਧਰ ਕਿਰਪਾ ਵਰਤ ਗਈ। ਅੰਮ੍ਰਿਤ ਵੇਲਾ ਸੀ 1469 ਈਸਵੀ ਦਾ ਵਕਤ, ਅਤੇ ਅੰਮ੍ਰਿਤ ਵੇਲੇ ਅੱਜ ਦਾਈ ਆਈ, ਅਤੇ ਉਸ ਦਾਈ ਦਾ ਨਾਮ ਹੈ ਦੌਲਤਾਂ ਦਾਈ। ਵੇਖੋ, ਜਦੋਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਗੱਲ ਚੱਲੇਗੀ, ਅਤੇ ਇਸ ਦੌਲਤਾਂ ਦਾਈ ਨੂੰ ਸਿੱਖ ਸੰਗਤ ਚੇਤਾ ਕਰਦੀ। ਦੌਲਤਾਂ ਦਾਈ ਆਈ, ਅਤੇ ਉਸ ਵੇਲੇ ਆਪ ਜੀ ਨੂੰ ਪਤਾ ਹੈ ਕਿ ਹਸਪਤਾਲ ਅਤੇ ਹੌਸਪੀਟਲ 'ਤੇ ਹੁੰਦੇ ਨਹੀਂ ਸੀ, ਦਾਈਆਂ ਨੇ ਇਹ ਸਾਰੀ ਦੇਖ ਰੇਖ ਕਰਨੀ। ਪਹਿਲਾਂ ਵੀ ਉਸ ਦਾਈ ਦਾ ਆਉਣਾ ਜਾਣਾ ਸੀ। ਇਤਿਹਾਸ ਵਿੱਚ ਇਹ ਵੀ ਲਿਖਿਆ ਵੀ ਉਹਨੇ ਆਉਣਾ ਮਾਂ ਤ੍ਰਿਪਤਾ ਕੋਲ, ਅਤੇ ਕਈ ਵਾਰ ਮਹਿਤਾ ਕਾਲੂ ਜੀ ਨੂੰ ਕੁਝ ਗੱਲਾਂ ਕਹਿਣੀਆਂ, ਮਹਿਤਾ ਜੀ ਤੁਹਾਡੇ ਘਰ ਅੰਨ ਧਨ ਦੀ ਕਮੀ ਕੋਈ ਨਹੀਂ, ਧਨ ਪਦਾਰਥ ਬੜਾ ਹੈ, ਅਤੇ ਜੇ ਇਸ ਮੇਰ ਕਿਰਪਾ ਵਰਤੀ
ਤੇ ਇੱਕ ਰਹਿਮਤ ਕਰੀ ਵੀ ਮੇਰੀ ਝੋਲੀ ਵਿੱਚ ਖਜ਼ਾਨਾ ਟਕਾ ਪੈਸਾ ਕੱਪੜਾ ਪਾਉਣ ਲੱਗੇ ਗੁਰੇਜ਼ ਨਾ ਕਰੀ। ਤੇ ਮਹਿਤਾ ਕਾਲੂ ਜੀ ਨੇ ਵੀ ਕਿਹਾ ਸੀ, ਕਹਿਣ ਲੱਗੇ ਦਾਈ ਤੂੰ ਦੌਲਤਾਂ ਚਿੰਤਾ ਨਾ ਕਰੀ, ਉਸ ਮਾਲਕ ਨੇ ਕਿਰਪਾ ਵਰਤ ਕੀਤੀ ਤੇ ਮੈਂ ਤੇਰੀ ਝੋਲੀ ਅੰਨ ਧਨ ਨਾਲ ਭਰਾਂਗਾ। ਗੁਰਮੁਖੋ ਉਸ ਵੇਲੇ ਅੰਮ੍ਰਿਤ ਵੇਲੇ ਦਾਈ ਆਈ ਤੇ ਇਧਰ ਗੁਰਮੁਖ ਵਿਦਵਾਨਾਂ ਲਿਖਿਆ ਤੇ ਵਿਸਤਾਰ ਨਾਲ ਪੜ੍ਹੋ ਕਿ ਰਾਏ ਭੋਏ ਦੀ ਤਲਵੰਡੀ ਦੀ 4 ਛਪੇਰੇ ਜਿਹੜੀ ਨੁਹਾਰ ਬਦਲ ਗਈ ਫਸਲਾਂ ਦੀ। ਉਹ ਕਹਿੰਦੇ ਨੇ ਮਾਨੋ ਆਕਾਸ਼ ਵਿੱਚ ਵੀ ਵੱਖਰੇ ਤਰ੍ਹਾਂ ਦਾ ਨੂਰਾਨੀ ਪ੍ਰਕਾਸ਼ ਹੋ ਗਿਆ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਦਾਈ ਆਈ ਅੰਮ੍ਰਿਤ ਵੇਲੇ, ਮਾਂ ਤ੍ਰਿਪਤਾ ਕੋਲ ਗਈ, ਕਿਰਪਾ ਵਰਤੀ, ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਭਾਈ ਗੁਰਦਾਸ ਸਾਹਿਬ ਨੇ ਬਚਨ ਜਿਹੜਾ ਕਿਹਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਹਾ। ਤੇ ਇਸ ਤਰ੍ਹਾਂ ਪ੍ਰਕਾਸ਼ ਹੋਇਆ ਜਿਵੇਂ ਸੂਰਜ ਦਾ ਪ੍ਰਕਾਸ਼ ਹੋਵੇ, ਤਾਰੇ ਛਿਪ ਜਾਂਦੇ ਨੇ ਤੇ ਹਨੇਰਾ ਦੂਰ ਹੋ ਜਾਂਦਾ ਹੈ। ਗੁਰਮੁਖੋ ਸਤਿਗੁਰੂ ਦਾ ਪ੍ਰਕਾਸ਼ ਹੋਇਆ। ਬਾਹਰ ਆਈ ਦੌਲਤਾਂ ਦਾਈ, ਉਹਨੇ ਆ ਕੇ ਤੇ ਸੁਨੇਹਾ ਦੱਸਿਆ। ਜਦੋਂ ਮਹਿਤਾ ਕਾਲੂ ਜੀ ਪਹਿਲਾਂ ਹੀ ਸਾਕ ਸੰਬੰਧੀ ਖਲੋਤੇ ਸਨ, ਦੱਸਿਆ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਤੇ ਮਹਿਤਾ ਕਾਲੂ ਜੀ ਨੇ ਕਿਹਾ ਸੀ, ਕਹਿਣ ਲੱਗੇ ਦੌਲਤਾਂ ਤੂੰ ਕਰ ਝੋਲੀ, ਅੱਜ ਤੇਰੇ ਵੀ ਝੋਲੀ ਅੰਨ ਧਨ ਪਦਾਰਥ ਮੈਂ ਪਹਿਲਾਂ ਹੀ ਪ੍ਰਬੰਧ ਕੀਤਾ ਹੈ। ਤੇ ਦੌਲਤਾਂ ਦਾਈ ਨੇ ਇੱਕ ਸ਼ਬਦ ਵਰਤਿਆ, ਇਤਿਹਾਸ ਵਿੱਚ ਤੇ ਲਿਖਿਆ ਵੀ ਰਹਿਣ ਦੇ ਮਹਿਤਾ ਕਾਲੂ ਜੀ ਮੈਂ ਰੱਜੀ ਸ਼ਬਦ ਵਰਤਿਆ, ਮੈਨੂੰ ਹੁਣ ਲੋੜ ਕੋਈ ਨਹੀਂ। ਉਹਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਬਚਪਨ ਵਿੱਚ ਮਾਂ ਨੇ ਬਾਪ ਨੇ ਨਾਮ ਰੱਖਿਆ ਦੌਲਤਾਂ, ਪਰ ਮੈਂ ਅੱਜ ਤੱਕ ਦੌਲਤ ਵੇਖੀ ਨਹੀਂ ਸੀ। ਕਦੀ ਕਦਾਈ ਮਨ ਵਿੱਚ ਗਿਲਾ ਵੀ ਆਉਣਾ, ਨਾਮ ਦੌਲਤ ਹੈ ਪਰ ਦੌਲਤ ਵੇਖੀ ਕੋਈ ਨਹੀਂ। ਇਹਨਾਂ ਹੱਥਾਂ ਵਿੱਚ ਦੀ ਬੇਅੰਤ ਪੁੱਤਰਾਂ ਧੀਆਂ ਨੇ ਜਨਮ ਲਿਆ, ਪਰ ਮਹਿਤਾ ਕਾਲੂ ਜੀ ਅੱਜ ਜਿਸ ਸੁਪੁੱਤਰ ਨੇ ਤੇਰੇ ਘਰ ਜਨਮ ਲਿਆ ਤੇ ਆਪਣੇ ਦੀਦਿਆਂ ਨਾਲ ਨੇਤਰਾਂ ਨਾਲ ਕੀਤਾ ਦੀਦਾਰ, ਸੱਚੇ ਵੀ ਅੱਜ ਮੈਂ ਅੰਦਰੋਂ ਤ੍ਰਿਪਤ ਹੋ ਗਈਆਂ, ਅੰਦਰੋਂ ਮੈਂ ਰੱਜ ਗਈਆਂ, ਅੰਦਰੋਂ ਤ੍ਰਿਸ਼ਨਾ ਮਿਟ ਗਈ, ਸੰਤੋਖ ਦੀ ਬਿਰਤੀ ਪੈਦਾ ਹੋ ਗਈ। ਤੇ ਉਸ ਵੇਲੇ ਮਹਿਤਾ ਕਾਲੂ ਜੀ ਨੂੰ ਕਿਹਾ, ਮੈਨੂੰ ਤੇਰੇ ਧਨ ਪਦਾਰਥ ਦੀ ਲੋੜ ਕੋਈ ਨਹੀਂ, ਤੇਰਾ ਪੁੱਤਰ ਆਮ ਪੁੱਤਰਾਂ ਵਰਗਾ ਨਹੀਂ। ਉਹਦੀ ਇੰਨੀ ਕੁ ਸਵੱਲੀ ਨਜ਼ਰ ਪਈ ਕਿ ਮੈਂ ਅੰਦਰੋਂ ਰੱਬੀ ਨਾਮ ਤੇ ਪ੍ਰੇਮ ਨਾਲ ਭਿੱਜ ਗਈਆਂ। ਉਹ ਦੌਲਤਾਂ ਦਾਈ ਦਾ ਭਲਾ ਹੋਇਆ। ਫਿਰ ਇਹਨੂੰ ਇੱਕ ਵਾਰ ਚੇਤਾ ਰੱਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਤੇ 1469 ਈਸਵੀ ਵਿੱਚ ਅੰਮ੍ਰਿਤ ਵੇਲੇ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਹੁੰਦਾ। ਗੁਰਬਾਣੀ ਨੇ ਇੱਕ ਬਚਨ ਕਿਹਾ ਹੈ, ਕਹਿ ਲੱਗੇ ਉਹ ਪਿਤਾ ਧਨ ਨੇ, ਉਹ ਮਾਂ ਧਨ ਹੈ, ਉਹ ਥਾਂ ਧਨ ਹੈ ਤੇ ਉਹ ਕੁੱਲ ਧਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ। ਧਨ ਧਨ ਪਿਤਾ, ਧਨ ਧਨ ਮਾਂ, ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਸਤਿਗੁਰੂ ਦਾ ਪ੍ਰਕਾਸ਼ ਹੋਇਆ, ਬੇਅੰਤ ਚਾਉ ਮਨਾਇਆ ਗਿਆ। ਇਤਿਹਾਸ ਕਹਿੰਦਾ ਹੈ ਕਿ ਸਾਰਾ ਤਲਵੰਡੀ ਉੱਠ ਕੇ ਤੇ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਆਉਂਦਾ ਤੇ ਮਾਤ ਤ੍ਰਿਪਤਾ ਦੇ ਸੁਪੁੱਤਰ ਦਾ ਦੀਦਾਰ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦਾ। ਗੁਰਮੁਖੋ ਬਚਪਨ ਵਿੱਚ ਸਤਿਗੁਰੂ ਮਹਾਰਾਜ ਇਹ ਗੁਰਮੁਖ ਵਿਦਵਾਨਾਂ ਲਿਖੀਆਂ ਨੇ। ਜੇ ਇੱਕ ਇੱਕ ਗੱਲ ਵੇਖੋ ਕਿ 3 ਕੁ ਮਹੀਨਿਆਂ ਦੇ ਸਨ ਕਿ ਆਪਣੀ ਗਰਦਨ ਧੌਣ ਨੂੰ ਸੰਭਾਲਣਾ ਸ਼ੁਰੂ ਕਰ ਲਿਆ, ਔਰ 6 ਕੁ ਮਹੀਨਿਆਂ ਦੇ ਸਨ। ਲਿਖਿਆ ਆਪ ਜੀ ਨੇ ਪੜ੍ਹਨਾ ਹੋਵੇ ਬਲਿਓ ਚਿਰਾਗ ਪੁਸਤਕ ਅੰਦਰ, 6 ਕੁ ਮਹੀਨਿਆਂ ਦੇ ਸਨ ਕਿ ਬੈਠਣਾ ਆਪਣੇ ਆਪ ਨੂੰ ਥੋੜ੍ਹਾ ਬੈਠਣ ਦੇ ਕਾਬਲ ਹੋ ਗਏ। ਤੇ ਸਾਲ ਭਰ ਦੇ ਹੋਏ ਇਤਿਹਾਸ ਕਹਿੰਦੇ ਵੀ ਕਈ ਵਾਰੀ ਚੌਂਕੜੀ ਮਾਰ ਕੇ ਨੇਤਰ ਮੂੰਦ ਕੇ ਬਹਿਣਾ, ਕਿਉਂਕਿ ਜਗਤ ਨੂੰ ਤਾਰਨ ਆਏ ਨੇ। ਤੇ ਇਹ ਖੁਦ ਅੰਮ੍ਰਿਤ ਬਾਣੀ ਦੇ ਬੋਲ ਨੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦਾ ਜਨਮ ਹੋਇਆ, ਪਰਮਾਤਮਾ ਦਾ ਰੂਪ ਧਾਰਨ ਕੀਤਾ ਇੱਕ। ਤੇ ਗੁਰਮੁਖੋ ਇੱਥੇ ਬਾਅਦ ਵਿੱਚ
थोड़ी जी आरबला होर हुई। बचपन विच ही कई बार चौंकड़ा मार के बहना, गंभीर रहना ते आम बच्चों वांग नहीं सी। इतिहास विच इहदा भी जिक्र है भी कई बारी चादर लैनी ते लम्मे पै जाना, ते इस तरह नहीं भी विश्राम करते ने। उस अकाल पुरख दे नाम विच, उस अकाल पुरख दे चरनां विच अपनी सुरत नूं जोड़ना। कहंदे ने मां तृप्ता नूं एक बारी लग्या भी शायद पुत्र नूं कोई रोग है जां कोई शरीर कुरू विच ढिल माछी, ते वैद बुलाया सी। उन्हें बांह पकड़ के टंडोल के वेखण लग्या ते साहब ने रब्बी उपदेश दिता सी। साहब ने कहा सी वैद बुलाया वैद की, पकड़ टंडोले बांह भूला वैद ना जाने करक कलेजे मां। मारे कहन लगे ये बांह पकड़ के ते नब्ज वेख के पता कोई नहीं लगना, शरीरक रोग कोई नहीं, इत्थे ते अंतर आत्मे नूं परमेश्वर दे नाम दी प्यास है ते अंतर आत्मा अकाल पुरख दे चरनां विच जुड़िया है। ते महाराज कहन लगे जिन्हों परमेश्वर दे मिलाप दी सिक होवे, परमेश्वर विच अभेद ते नाम बंदगी दी प्रीत होवे, महाराज कहन लगे वो तन दा रोगी ते तन दे रोगां नूं देखण वाला वैद इहदी पकड़ नहीं कर सकदा। सतगुरु पातशाह महाराज ने रब्बी उपदेश वंडिया ते इत्थे मेहता कालू जी अपनी नौकरी चाकरी, ये गल भी नाल चेता रख लो एक बार कि गुरु नानक साहब सच्चे पातशाह दा परिवार, प्यो दादा पड़दादा बाहरी तौर ते वेखो दुनिया की तरह ते बड़ा अमीर घराना सी। ये नहीं भी सतगुरु अगे जाके उदासियां नूं तुरनगे भी शायद घर प्रसाद पानी नहीं पकदा ते तां तुर पे। गुरमुखो अमीर घराना उस वेले पटवारी की नौकरी करते ने मेहता कालू जी, ते अज ते थोड़े पिंडां दा पटवारी हुंदा, बड़े वड्डे इलाके का पटवारी हुंदा सी। नौकरी चाकरी है, जमीन है, भोए भांडा है। ये मैं तां कह रहा गुरमुखो अज जिहदे घर प्रसादा पकदा है ना, वो कई बारी सिर फिर के आखदे मैनू धर्म की की लोड़ है। गुरमुखो नहीं, धर्म तो बिना जीवन व्यर्थ जाता है, धर्म की कमाई तो बिना जीवन कदी सफल नहीं हुंदा। इत्थे गुरु नानक साहब सच्चे पातशाह महाराज बचपन अवस्था विच बंदगी इबादत विच जुड़दे आ ते संगतां आउंदियां मां तृप्ता दे सपुत्र दे दीदार करके ते अपने आप नूं सुभागा समझदियां। इतिहास कहंदे भी 7 को साल दी आरबला हुई उम्र हुई ते मेहता कालू जी दे मन विच आया कि मैं हुण गुरु नानक साहब नूं अपने पुत्र नूं नानक नूं पढ़न वास्ते पावां। जिवें मैं पढ़ लिख के नौकरी करदा ते मेरा पुत्र भी पढ़ लिख के नौकरी चाकरी करेगा। गुरमुखो उस वेले मेहता कालू जी एक पांधा बड़ा मशहूर सी, सियाणा सी, उहदा नाम सी गोपाल पांधा। मन विच आया भी गोपाल पांधे कोल पढ़न पाईए। जिवें आपां अज भी वेखदे आ ना बच्चे नूं स्कूल लाउणा होवे भी किहड़ा स्कूल चंगा है, उत्थे टीचर किहो जिहे ने। बिल्कुल मेहता कालू जी ने वेख्या गोपाल पांधे को लै आए ते लिया के बचन आखिया भी मेरे पुੱਤ नूं पांधा जी चंगी तरह पढ़ाउणा। पांधा भी बड़ा प्रसन्न होया। आखिर इलाके दे पटवारी ने उन्हां दा सपुੱਤਰ मेरे कोल आया। इतिहास ये कहंदा भी सतगुरु 2-4 दिन उहदी क्लास विच कह लो बैठे ते ये पढ़ाउंदा सी जी हिसाब, जिन्हों अज आपां मैथ आखने गणित। इन्हें जोड़ तोड़ समझाउणा। 2-4 दिन ते जिन्नी को विद्या इन्हें पढ़ाई ते गुरु नानक साहब महाराज ने वो सारी विद्या इउं जानो भी बहुत थोड़े चिर समय अंदर धारण कर ली। ते पर एक दिन महाराज बच्चे साथियों तो थोड़ा जिहा दूर बैठे आ ते उन्हां कोल अपनी फट्टी ते चौक कोल है ते कुछ लिख रहे ने। ते पांधा पुछदा भी नानक तू की लिखी जा रहे हैं? ते गुरु नानक साहब सच्चे पातशाह ने पुछया सी, कहन लगे पांधा जी मैनू ये दसो भी तुसी पढ़ाउंदे की हो? कहन लगे हिसाब।
ਫਿਰ ਉਹਨੂੰ ਸਵਾਲ ਕਰਕੇ ਪੁੱਛਿਆ ਵੀ ਇਸ ਹਿਸਾਬ ਨਾਲ ਹੋਏਗਾ ਕੀ, ਤੇ ਉਹਨੇ ਸ਼ਬਦ ਵਰਤੇ ਵੀ ਇਹਦੇ ਨਾਲ ਤੁਹਾਨੂੰ ਜੋੜ ਘਟਾਓ ਪਤਾ ਲੱਗ ਜਾਣਾ, ਜੀਵਨ ਜਿਉਣ ਦੀ ਜਾਂਚ ਆਏਗੀ। ਕਿਰਤਕਾਰ ਕਰਦਿਆਂ, ਘਰ ਦੇ ਧੰਦੇ ਸੰਭਾਲਦਿਆਂ, ਘਰ ਸੰਭਾਲਣ ਵੇਲੇ ਤੇ ਕਿਵੇਂ ਆਪਣੇ ਘਰ ਦੇ ਹਿਸਾਬ ਕਿਤਾਬ, ਆਮਦਨ ਕੀ ਹੈ, ਨਫਾ ਕੀ, ਨੁਕਸਾਨ ਪਤਾ ਲੱਗੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਬਚਨ ਕਿਹਾ। ਮਹਾਰਾਜ ਕਹਿੰਦੇ ਮੈਂ ਪੁੱਛਣਾ ਚਾਹੁੰਦਾ ਪਾਂਧਾ ਜੀ ਕਿ ਇਸ ਹਿਸਾਬ ਨਾਲ ਪੜ੍ਹਿਆ ਰੱਬ ਦੇ ਦਰ, ਉਸ ਅਕਾਲ ਪੁਰਖ ਦੇ ਦਰ ਹਿਸਾਬ ਮੁੱਕ ਜਾਂਦਾ, ਉੱਥੇ ਬੰਦਾ ਸੁਰਖਰੂ ਹੋ ਜਾਂਦਾ। ਹੁਣ ਪਾਂਧੇ ਨੂੰ ਇਸ ਗੱਲ ਦੀ ਗਿਆਤ ਕੋਈ ਨਹੀਂ ਸੀ। ਗੋਪਾਲ ਪਾਂਧਾ ਕਹਿਣ ਲੱਗਿਆ ਵੀ ਇਹ ਮੈਨੂੰ ਨਹੀਂ ਪਤਾ, ਮੈਂ ਤੇ ਜਾਣਦਾ ਵੀ ਕੇਵਲ ਦੁਨੀਆ ਤੌਰ 'ਤੇ ਬੰਦੇ ਨੂੰ ਜੋੜ ਤੋੜ ਦਾ ਪਤਾ ਲੱਗਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਾਂਧਾ ਜੀ ਤੁਸੀਂ ਪੜ੍ਹੇ ਹੋ, ਬੜਿਆਂ ਬੱਚਿਆਂ ਨੂੰ ਪੜ੍ਹਾਇਆ, ਪਰ ਜਿੰਨਾ ਸਮਾਂ ਕੋਈ ਰੱਬੀ ਨਾਮ ਦਾ ਲੇਖਾ ਨਾ ਪੜ੍ਹੇ, ਧਰਮ ਦਾ ਲੇਖਾ ਨਾ ਪੜ੍ਹੇ, ਉਨਾ ਸਮਾਂ ਬੰਦਾ ਕਦੀ ਰੱਬੀ ਦਰ ਸੁਰਖਰੂ ਨਹੀਂ ਹੁੰਦਾ। ਇਹੋ ਜਿਹੇ ਮੁਖ ਤੋਂ ਬਚਨ ਸੁਣ ਕੇ ਗੋਪਾਲ ਪਾਂਧਾ ਕੋਲ ਆ ਕੇ ਬਹਿੰਦੇ, ਪੁੱਛਦੇ ਮਹਾਰਾਜ ਦੱਸੋ ਖਾਂ ਉਹ ਲੇਖਾ ਕਿਵੇਂ ਨਿਬੜਦਾ। ਤੇ ਇੱਕ ਬਚਨ ਹਜ਼ੂਰ ਨੇ ਬਾਣੀ ਵਿੱਚ ਕਿਹਾ, ਸਤਿਗੁਰੂ ਦਾ ਉਹ ਬਚਨ ਹੈ ਤੇ ਇਹਦੇ ਅਰਥਾਂ ਨੂੰ ਜ਼ਰੂਰ ਸਮਝੋ। ਸ਼ਬਦ ਹੁੰਦਾ ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ, ਗੁਰ ਪੁੱਛ ਲਿਖ ਵਿਚਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ। ਇਹਦੇ ਅਰਥਾਂ ਨੂੰ ਜ਼ਰੂਰ ਸਮਝੋ। ਮਹਾਰਾਜ ਕਹਿਣ ਲੱਗੇ ਹੇ ਪਾਂਧਾ ਜੀ, ਜਾਲ ਮੋਹ ਕਸ ਮਸ ਕਰ, ਆਪਣੇ ਅੰਦਰ ਜਿਹੜੀ ਪਰਿਵਾਰ ਦੀ ਬੱਚਿਆਂ ਦੀ ਮੋਹ ਮਮਤਾ ਪਈ ਆ ਨਾ, ਇਹਨੂੰ ਜਾਲ ਦੇ ਤੇ ਇਹਨੂੰ ਕਸਾ ਕੇ ਮੋਹ ਮਮਤਾ ਨੂੰ ਤੇ ਸਿਆਹੀ ਬਣਾ ਲੈ। ਮਸ ਦਾ ਅਰਥ ਹੁੰਦੇ ਸਿਆਹੀ। ਜਾਲ ਮੋਹ, ਮੋਹ ਨੂੰ ਜਾਲ ਕੇ ਕਸ ਮਸ ਕਰ, ਇਸ ਮੋਹ ਮਮਤਾ ਨੂੰ ਕਸਾ ਕੇ ਤੇ ਸਿਆਹੀ ਬਣਾ। ਮਤ ਕਾਗਦ ਕਰ ਸਾਰ, ਤੇ ਜਿਹੜੀ ਤੇਰੀ ਮੱਤ ਹੈ ਨਾ, ਇਸ ਮੱਤ ਨੂੰ ਇੱਕ ਕਾਗਜ਼ ਬਣਾ। ਮੋਹ ਨੂੰ ਸਿਆਹੀ ਬਣਾ ਲਾ, ਮੱਤ ਨੂੰ ਕਾਗਜ਼ ਬਣਾ। ਮਤ ਕਾਗਦ ਕਰ ਸਾਰ, ਭਾਉ ਕਲਮ, ਭਾਵਨਾ ਦੀ ਕਲਮ ਲੈ। ਚਿੱਤ ਲਖਾਰੀ, ਚਿੱਤ ਨੂੰ ਲਖਾਰੀ ਬਣਾ। ਭਾਉ ਕਲਮ ਕਰ ਚਿੱਤ ਲਖਾਰੀ, ਤੇ ਫਿਰ ਮਰਜ਼ੀ ਨਾਲ ਮੱਤ ਤੇ ਅੱਖਰ ਨਾ ਪਾਈ। ਕਿਵੇਂ ਪਾਉਣੇ ਆ? ਕਹਿਣ ਲੱਗੇ ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਪੁੱਛ ਕੇ ਮੱਤ ਰੂਪੀ ਕਾਗਜ਼ ਤੇ ਅੱਖਰ ਪਾਈ। ਤੇ ਅੱਖਰ ਕੀ ਪਾਉਣੇ ਆ? ਗੁਰੂ ਦੱਸੇਗਾ ਬਾਬਾ ਜੇ ਅੱਖਰ ਪਾਉਣੇ ਆ ਤੇ ਫਿਰ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਆਪਣੇ ਮੱਤ ਰੂਪੀ ਕਾਗਜ਼ ਤੇ ਪਰਮੇਸ਼ਵਰ ਦਾ ਨਾਮ ਲਿਖ, ਪਰਮਾਤਮਾ ਦੀ ਸਿਫਤੋ ਸਲਾਹ ਲਿਖ। ਤੇ ਇਹ ਗੱਲ ਯਾਦ ਰੱਖੀ ਕਿ ਰੱਬ ਦਾ ਨਾਮ ਤੇ ਸਿਫਤੋ ਸਲਾਹ ਲਿਖੀ, ਪਰ ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਜਦੋਂ ਕੋਈ ਨਾਮ ਨੂੰ ਆਪਣੀ ਸੁਰਤ ਤੇ ਉਕਰ ਲੈਂਦਾ ਹੈ, ਤੇ ਗੁਰੂ ਨਾਨਕ ਸਾਹਿਬ ਗੋਪਾਲ ਪਾਂਧੇ ਤੇ ਮਨੁੱਖਤਾ ਨੂੰ ਕਹਿਣ ਲੱਗੇ ਫਿਰ ਬਾਬਾ ਇਹੋ ਜਿਹਾ ਲੇਖਾ ਜਿਹਨੇ ਲਿਖਿਆ ਹੈ ਨਾ ਨਾਮ ਦਾ ਆਪਣੀ ਸੁਰਤ ਤੇ, ਫਿਰ ਉਹ ਰੱਬੀ ਦਰਗਾਹ ਜਦੋਂ ਲੇਖਾ ਹੁੰਦਾ ਤੇ ਉੱਥੇ ਸੁਰਖਰੂ ਹੋ ਜਾਂਦਾ, ਉੱਥੇ ਫਿਰ ਉਹਦਾ ਪਾਰ ਉਤਾਰਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਗੋਪਾਲ ਪਾਂਧੇ ਨੂੰ ਅੰਮ੍ਰਿਤ ਬਾਣੀ ਦਾ ਸ਼ਬਦ ਉਚਾਰ ਕੇ ਤੇ ਸਤਿਗੁਰੂ ਨੇ ਰੱਬੀ ਉਪਦੇਸ਼ ਵੰਡਿਆ। ਗੋਪਾਲ ਪਾਂਧਾ ਹਜ਼ੂਰ ਦੇ ਚਰਨਾਂ ਤੇ ਢਹਿ ਪਿਆ। ਮੈਂ ਤਾਂ ਕਾਲੂ ਜੀ ਨੂੰ ਬੁਲਾਇਆ ਤੇ ਇੱਕ ਬਚਨ ਆਖਿਆ, ਕਹਿਣ ਲੱਗੇ ਮਹਿਤਾ ਜੀ ਮੈਨੂੰ ਖਿਮਾ ਕਰ ਦਿਓ, ਇਹ ਤੁਹਾਡਾ ਸੁਪੁੱਤਰ ਪਰਮਾਤਮਾ ਦੀ ਭਗਤੀ ਬੰਦਗੀ ਕਰਨ ਵਾਲਾ ਤੇ ਉਸ ਮਾਲਕ ਦਾ ਰੂਪ ਹੈ। ਇਹ ਆਮ ਬੱਚਿਆਂ ਵਰਗਾ ਨਹੀਂ। ਮੈਂ ਪੜ੍ਹਾਉਣਾ ਇਹਨਾਂ ਨੂੰ ਸੀ, ਪਰ ਸੱਚ ਇਹ ਵੀ ਅੱਜ ਤੱਕ ਜੋ ਮੈਂ ਵੀ ਨਹੀਂ ਪੜ੍ਹਿਆ, ਇਹਨਾਂ ਨੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਮੈਨੂੰ ਪੜ੍ਹਾਇਆ ਤੇ ਸਮਝਾਇਆ ਹੈ। ਗੁਰਮੁਖੋ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ। ਪਰ ਇਹ ਭੁੱਲੋ ਨਾ,
ਦੋ ਉਸਤਾਦਾਂ ਦਾ ਜ਼ਿਕਰ ਹੋਰ ਮਿਲੇਗਾ। ਇੱਕ ਦਾ ਨਾਮ ਹੈ ਜੀ ਬ੍ਰਿਜਨਾਥ ਪੰਡਤ। ਸੰਸਕ੍ਰਿਤ ਪੜ੍ਹਾਉਣ ਵਾਸਤੇ ਮਹਿਤਾ ਕਾਲੂ ਜੀ ਲੈ ਕੇ ਗਏ ਸਨ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬ੍ਰਿਜਨਾਥ ਪੰਡਤ ਨੂੰ ਵੀ ਰੱਬੀ ਉਪਦੇਸ਼ ਦਿੱਤਾ ਸੀ। ਤੇ ਇੱਕ ਤੀਜਾ ਸੀ ਜੀ ਕੁਤਬਦੀਨ ਕਾਜੀ। ਇਹ ਜਿਹੜਾ ਕਾਜੀ ਸੀ ਇਹਦੇ ਕੋਲ ਅਰਬੀ ਫਾਰਸੀ ਇਹ ਵਿਦਿਆ ਪੜ੍ਹਾਉਣ ਵਾਸਤੇ ਕਾਜੀ ਕੋਲ ਮਹਿਤਾ ਕਾਲੂ ਜੀ ਲੈ ਕੇ ਗਏ ਸਨ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਕਾਜੀ ਨੂੰ ਵੀ ਸੱਚਾ ਮੁਸਲਮਾਨ ਕਿਵੇਂ ਬਣੀਦਾ ਹੈ ਤੇ ਰੱਬੀ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ। ਇਹ 7 ਸਾਲ ਦੀ ਉਮਰ ਵਿੱਚ ਵਾਪਰੀਆਂ ਹੋਈਆਂ ਬਖਸ਼ਿਸ਼ਾਂ ਨੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਰੋਜ਼ਾਨਾ ਦੀ ਤਰ੍ਹਾਂ ਨੇਮ ਨਾਲ, ਇੱਕ ਵਿਦਵਾਨ ਨੇ ਨੇਮ ਲਿਖਿਆ, ਅੰਮ੍ਰਿਤ ਵੇਲੇ ਉੱਠਦੇ ਆ, ਚੌਂਕੜਾ ਮਾਰ ਕੇ ਰੱਬੀ ਇਬਾਦਤ ਕਰਦੇ ਆ, ਨਾਮ ਵਿੱਚ ਸੁਰਤ ਜੋੜਦੇ ਆ ਤੇ ਆਏ ਹੋਏ ਰਾਹਗੀਰ ਨੂੰ ਕਹਿ ਲਓ, ਜਗਿਆਸੂ ਨੂੰ ਕਹਿ ਲਓ, ਬਚਪਨ ਅਵਸਥਾ ਵਿੱਚ ਹੀ ਗੁਰੂ ਨਾਨਕ ਸਾਹਿਬ ਰੱਬੀ ਉਪਦੇਸ਼ ਵੰਡਦੇ ਆ। 4 ਚੁਫੇਰੇ ਇਸ ਗੱਲ ਦੀ ਬੜੀ ਵੱਡੀ ਚਰਚਾ ਤੇ ਧੁੰਮ ਸੀ ਕਿ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਜਿਹੜੇ ਸਪੁੱਤਰ ਨੇ ਜਨਮ ਲਿਆ ਉਹ ਆਮ ਬੱਚਿਆਂ ਵਰਗਾ ਨਹੀਂ, ਉਹ ਤੇ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ। ਜਿੱਥੇ ਮਾਂ ਤ੍ਰਿਪਤਾ ਦਾ ਨਾਮ ਤ੍ਰਿਪਤਾ ਹੈ, ਉਹਦਾ ਪੁੱਤਰ ਮਨੁੱਖਤਾ ਨੂੰ ਮਾਨੋ ਤ੍ਰਿਪਤ ਕਰਦਾ ਪਿਆ ਤੇ ਸੰਗਤਾਂ ਸ਼ਰਧਾ ਨਾਲ ਆਉਂਦੀਆਂ, ਰੱਬੀ ਉਪਦੇਸ਼ ਲੈਂਦੀਆਂ। 9 ਸਾਲ ਦੀ ਆਰਬਲਾ ਹੋਈ ਤੇ ਇੱਕ ਬੜੀ ਸਦੀਆਂ ਤੋਂ ਚੱਲਦੀ ਰੀਤ ਅਪਣਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਰੀਤ ਪਹਿਨਾਉਣ ਦੇ ਲਈ ਇੱਕ ਫਿਰ ਕਰਮ ਕਰਨ ਲੱਗੇ ਨੇ। ਇਹਨੂੰ ਥੋੜ੍ਹਾ ਜਿਹਾ ਧਿਆਨ 'ਚ, ਇਹ ਬੜੀ ਲੰਮੀ ਵਿਚਾਰ ਹੈ ਉਂਝ ਤੇ, ਪਰ ਆਪਾਂ ਇਹਨੂੰ ਬਹੁਤ ਛੋਟਾ ਜਿਹਾ ਕਹਿ ਕੇ ਅੱਗੇ ਚਲੇ ਜਾਂਦੇ ਹਾਂ। ਗੁਰਮੁਖੋ ਯਾਦ ਰੱਖੋ ਵੀ ਵਕਤੀ ਬ੍ਰਾਹਮਣ ਸੀ ਨਾ ਜਿਹੜਾ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਇਹਨੇ ਵੱਖ-ਵੱਖ ਮਤ ਬਣਾਏ ਸਨ, ਵੱਖ-ਵੱਖ ਅਸੂਲ ਘੜੇ ਸਨ। ਤੇ 9 ਸਾਲ ਦੀ ਉਮਰ ਵਿੱਚ ਪੰਡਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੰਝੂ ਪਾਉਣ ਆਏ ਤੇ ਸਿੱਧਾ ਜੰਝੂ ਨਹੀਂ ਪਾਉਂਦੇ ਸਨ। ਇਹ ਆਪ ਜੀ ਵਿਸਤਾਰ ਨਾਲ ਪੜ੍ਹੋ। ਪਹਿਲਾਂ ਬੜਾ ਵੱਡਾ ਸਾਕ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਨਗਰ ਦੇ ਲੋਕਾਂ ਦਾ ਇਕੱਠ ਹੁੰਦਾ ਸੀ। ਇਹ ਗੱਲ ਚੱਲਦੀ ਸੀ ਕਿ ਅੱਜ ਫਲਾਣੇ ਪਰਿਵਾਰ ਵਿੱਚੋਂ ਬੱਚੇ ਨੂੰ ਜੰਝੂ ਪਹਿਨਾਉਣਾ ਤੇ ਖਾਣ ਪੀਣ ਦੇ ਪ੍ਰਬੰਧ ਕਰਨੇ। ਗੁਰਮੁਖੋ ਮਹਿਤਾ ਕਾਲੂ ਜੀ ਨੇ ਵੀ ਸਾਕ ਸੰਬੰਧੀਆਂ ਨੂੰ ਸੁਨੇਹਾ ਲਾਇਆ, ਨਗਰ ਦੇ ਲੋਕਾਂ ਦਾ ਇਕੱਠ ਹੋਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ 9 ਸਾਲ ਦੀ ਆਰਬਲ ਹੈ ਤੇ ਅੱਜ ਪੰਡਤ ਹਰਦਿਆਲ ਜੀ ਜੰਝੂ ਪਾਉਣ ਆਏ ਨੇ। ਗੁਰਮੁਖੋ ਜਿਹੜਾ ਜੰਝੂ ਪਾਉਣ ਦੀ ਮਰਿਆਦਾ ਹੈ ਨਾ ਉਹ ਬੜੀ ਵੱਖ-ਵੱਖ ਹੈ। ਵੇਖੋ ਜਿਹੜਾ ਬ੍ਰਾਹਮਣ ਨੇ, ਬ੍ਰਾਹਮਣ ਜੰਝੂ ਪਾਉਂਦਾ ਬਸੰਤ ਰੁੱਤ ਵਿੱਚ, ਉਹ ਪਾਏਗਾ 7 ਸਾਲ ਦੀ ਉਮਰ ਵਿੱਚ ਤੇ ਨਾਲ ਇਹ ਜਦੋਂ ਜੰਝੂ ਪਾਉਂਦਾ ਹੈ ਤੇ ਇਹ ਪਾਉਂਦਾ ਜੀ ਚੰਗਾ ਕਪਾਹ ਦਾ ਧਾਗਾ ਵੱਟ ਕੇ ਚੰਗੇ ਧਾਗੇ ਦਾ ਜੰਝੂ ਪਾਉਂਦਾ, ਕਿਸੇ ਨੂੰ ਸੂਤ ਦਾ ਪਾਉਂਦਾ, ਕਿਸੇ ਨੂੰ ਉੱਨ ਦਾ ਪਾਉਂਦਾ। ਇਹ ਬ੍ਰਾਹਮਣ ਪਾਉਂਦਾ ਕਪਾਹ ਦੇ ਧਾਗੇ ਬੱਟੇ ਦਾ ਜੰਝੂ ਤੇ 13 ਧਾਗਾ ਇਹ ਵੀ ਨਾਲ ਹੈ। ਤੇ ਜਿਹੜਾ ਹੈ ਜੀ ਖੱਤਰੀ, ਇਹਨੂੰ ਪਾਉਂਦੇ ਨੇ 9 ਸਾਲ ਦੀ ਉਮਰ ਵਿੱਚ ਜੰਝੂ ਤੇ ਸੂਤ ਕੱਤ ਕੇ ਉਹਦਾ ਧਾਗਾ ਤੇ ਨਾਲ ਜੀ ਇਹਨੂੰ ਪਾਉਂਦੇ ਨੇ ਗ੍ਰੀਖਮ ਰੁੱਤ ਵਿੱਚ ਗਰਮੀ ਦੇ ਅੰਦਰ। ਤੇ ਜਿਹੜਾ ਗੁਰਮੁਖ ਤੀਜਾ ਏ ਵੈਸ਼, ਇਹਨੂੰ ਜੰਝੂ ਪਾਉਂਦੇ ਨੇ ਪੱਤ ਝਾੜ ਅੰਦਰ 11 ਸਾਲ ਦੀ ਉਮਰ ਵਿੱਚ ਤੇ ਉੱਨ ਦਾ ਕਹਿਰੇ ਧਾਗੇ ਦਾ ਜੰਝੂ। ਇਹ ਇਸ ਤਰ੍ਹਾਂ ਇੱਕ ਮਰਿਆਦਾ ਹੈ। ਗੁਰਮੁਖੋ ਇੱਥੇ ਹੁਣ ਜਦੋਂ ਜੰਝੂ ਪੰਡਤ ਹਰਦਿਆਲ ਪਾਉਣ ਆਇਆ ਤੇ ਲੋਕਾਂ ਦਾ ਇਕੱਠ ਬੜਾ ਹੋਇਆ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ। ਬਾਣੀ ਵਿੱਚ ਇਹਦਾ ਬੜਾ ਜ਼ਿਕਰ ਹੈ। ਤੇ ਜਦੋਂ ਉਹ ਜੰਝੂ ਪਾਉਣ ਲੱਗਿਆ, ਇੱਕ ਫੱਟੇ ਤੇ ਕਹਿ ਲਓ ਉੱਚੀ ਥਾਂ ਬਿਠਾ ਕੇ
ਤੇ ਮਹਾਰਾਜ ਨੇ ਇੱਕ ਬਚਨ ਕਿਹਾ ਸੀ ਪਵਾਉਣ ਤੋਂ ਪਹਿਲਾਂ, ਜੰਝੂ ਪਹਿਨਿਆ ਨਹੀਂ। ਕਹਿਣ ਲੱਗੇ ਮੈਨੂੰ ਇਹ ਦੱਸੋ ਪੰਡਤ ਹਰਦਿਆਲ ਜੀ, ਪੰਡਤ ਜੀ ਇਹ ਜੰਝੂ ਕਿਉਂ ਪਾਉਣੇ ਹੋ, ਇਹਦਾ ਕੀ ਲਾ ਹੈ? ਤੇ ਉਹਨੇ ਸ਼ਬਦ ਕਿਹਾ, ਕਹਿਣ ਲੱਗਿਆ ਵੀ ਇਹਦੇ ਨਾਲ ਤੁਹਾਡਾ ਇੱਕ ਧਰਮ ਦੀ ਦੁਨੀਆ ਵਿੱਚ ਜਨਮ ਹੋਵੇਗਾ। ਇਹ ਜੰਝੂ ਪਾਉਣ ਨਾਲ ਤੁਸੀਂ ਧਰਮੀ ਬਣ ਜਾਓਗੇ। ਜਿੰਨਾ ਸਮਾਂ ਕੋਈ ਜੰਝੂ ਧਾਰਨ ਨਹੀਂ ਕਰਦਾ ਤੇ ਓਨਾ ਸਮਾਂ ਉਹ ਧਰਮੀ ਨਹੀਂ ਬਣਦਾ। ਤੇ ਇਸ ਕਾਰਨ ਜੰਝੂ ਪਾ ਰਹੇ ਹਾਂ। ਅੱਜ ਤੋਂ ਬਾਅਦ ਤੁਹਾਡਾ ਗੁਰੂ ਬ੍ਰਾਹਮਣ ਬਣ ਜਾਏਗਾ। ਜੰਝੂ ਧਾਰਨ ਕਰ ਲਵੋਗੇ, ਤੁਹਾਨੂੰ ਮੇਰੇ ਕਹੇ ਮੁਤਾਬਕ ਕਰਮ ਕਰਨੇ ਪੈਣਗੇ ਧਰਮ ਦੇ। ਜਦੋਂ ਇਹੋ ਜਿਹੀਆਂ ਗੱਲਾਂ ਕਹੀਆਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਮਹਾਰਾਜ ਕਹਿੰਦੇ ਮੈਨੂੰ ਇਹ ਗੱਲ ਦੱਸੋ ਕਿ ਆਪਾਂ ਸਾਰੇ ਉਸ ਮਾਲਕ ਦੇ ਬੱਚੇ ਆ? ਕਹਿਣ ਲੱਗੇ ਹਾਂ। ਮਹਾਰਾਜ ਕਹਿਣ ਲੱਗੇ ਧਰਮੀ ਸਭ ਨੂੰ ਬਣਨਾ ਚਾਹੀਦਾ? ਕਹਿਣ ਲੱਗੇ ਬਿਲਕੁਲ ਪੰਡਤ ਹਰਦਿਆਲ ਕਹਿੰਦੇ ਬਣਨਾ ਚਾਹੀਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਇੱਕ ਗੱਲ ਦੱਸ, ਪਹਿਲੀ ਗੱਲ ਜਿਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਆਪਣੀ ਕੁੱਖ ਤੋਂ, ਅੱਜ ਤੱਕ ਮੇਰੀ ਮਾਂ ਨੇ ਜੰਝੂ ਕਿਉਂ ਨਹੀਂ ਪਹਿਨਿਆ, ਉਹ ਧਰਮੀ ਕਿਉਂ ਨਹੀਂ ਬਣੀ? ਦੂਜੀ ਗੱਲ, ਮੇਰੇ ਨਾਲੋਂ 5 ਸਾਲ ਵੱਡੀ ਹੈ ਮੇਰੀ ਭੈਣ ਬੇਬੇ ਨਾਨਕੀ, ਤੇ ਬੇਬੇ ਨਾਨਕੀ ਨੇ ਅੱਜ ਤੱਕ ਜੰਝੂ ਪਹਿਨ ਕੇ ਧਰਮੀ ਕਿਉਂ ਨਹੀਂ ਬਣੀ? ਪੰਡਤ ਹਰਦਿਆਲ ਚੁੱਪ ਹੋ ਗਿਆ। ਵੇਖੋ ਸਦੀਆਂ ਦੀ ਰੀਤ ਚੱਲਦੀ ਸੀ ਤੇ ਅੱਜ ਤੱਕ ਬ੍ਰਾਹਮਣ ਦੇ ਸਾਹਮਣੇ ਬੋਲਦਾ ਕੋਈ ਨਹੀਂ ਸੀ। ਮਹਾਰਾਜ ਨੇ ਕਿਹਾ ਇਹ ਦੱਸ ਵੀ ਫਿਰ ਮੇਰੀ ਜਨਮ ਦੇਣ ਵਾਲੀ ਮਾਂ ਉਹ ਧਰਮ ਤੋਂ ਬਿਨਾਂ ਸਖਣੀ ਚਲੀ ਜਾਏਗੀ? ਮੇਰੀ ਵੱਡੀ ਇਹ ਭੈਣ 5 ਸਾਲ ਤੇ ਉਹਨੇ ਜੰਝੂ ਨਹੀਂ ਪਹਿਨਿਆ। ਤੇ ਪੰਡਤ ਹਰਦਿਆਲ ਨੀਵੀਂ ਪਾ ਕੇ ਬੋਲਦਾ ਹੈ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਇੱਕ ਇਸਤਰੀ ਜੰਝੂ ਪਹਿਨ ਲਵੇ। ਮਹਾਰਾਜ ਕਹਿਣ ਲੱਗੇ ਜਿਹੜਾ ਧਰਮ ਦਾ ਚਿੰਨ੍ਹ ਧਰਮ ਦੇ ਵਿੱਚ ਵਿਤਕਰੇ ਪੈਦਾ ਕਰਦਾ ਮਨੁੱਖਤਾ ਅੰਦਰ, ਇਹੋ ਜਿਹਾ ਚਿੰਨ੍ਹ ਫਿਰ ਮੈਂ ਵੀ ਧਾਰਨ ਨਹੀਂ ਕਰਨਾ। ਸਤਿਗੁਰੂ ਨੇ ਨਾਲ ਹੀ ਹੋਰ ਗੱਲ ਕਹੀ, ਕਹਿਣ ਲੱਗੇ ਤੂੰ ਉਮਰ ਮਿੱਥ ਦਿੱਤੀ 7 ਸਾਲ 9 ਸਾਲ 11 ਸਾਲ, ਤੇ ਮੈਨੂੰ ਇਹ ਦੱਸ ਵੀ ਜੇ ਕੋਈ ਜਨਮ ਤੋਂ ਲੈ ਕੇ 7 ਸਾਲ ਤੋਂ ਪਹਿਲਾਂ 9 ਸਾਲ ਤੋਂ ਪਹਿਲਾਂ ਚੜ੍ਹਾਈ ਕਰ ਜਾਏ, ਰੱਬ ਦਾ ਭਾਣਾ ਵਾਪਰ ਜਾਏ, ਤੇ ਫਿਰ ਕੀ ਉਹ ਧਰਤੀ ਤੋਂ ਬੇਧਰਮਾ ਚਲਿਆ ਜਾਏਗਾ? ਪੰਡਤ ਹਰਦਿਆਲ ਇੱਥੇ ਵੀ ਚੁੱਪ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸਾਰੇ ਲੋਕ ਬੈਠੇ ਨੇ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਿਰ ਪੰਡਤ ਨੂੰ ਕਹਿੰਦੇ ਪੰਡਤ ਜੀ ਜੰਝੂ ਮੈਂ ਪਹਿਨ ਜ਼ਰੂਰ ਲਵਾਂਗਾ, ਪਰ ਸਰੀਰ ਦਾ ਨਹੀਂ ਆਤਮਾ ਦਾ, ਅੰਤਰ ਆਤਮੇ ਦਾ। ਤੇ ਉਹ ਸ਼ਬਦ ਇੱਥੇ ਉਚਾਰਿਆ, ਸ਼ਬਦ ਕਈ ਕਹੇ ਨੇ ਮਹਾਰਾਜ ਨੇ। ਪਹਿਲਾ ਸ਼ਬਦ ਕਿਹਾ, ਕਹਿਣ ਲੱਗੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵਟ, ਇਹ ਜਨੇਊ ਜੀ ਕਾ ਹਈ ਤੇ ਪਾਂਡੇ ਘੱਤ। ਇਹਦਾ ਅਰਥ ਸੀ, ਕਹਿਣ ਲੱਗੇ ਕਪਾਹ ਹੋਵੇ ਦਇਆ ਦੀ, ਦਇਆ ਕਪਾਹ, ਸੰਤੋਖ ਸੂਤ, ਸੰਤੋਖ ਦਾ ਧਾਗਾ ਹੋਵੇ ਸੂਤਰ, ਜਤ ਦੀਆਂ ਗੰਢਾਂ ਦਿੱਤੀਆਂ ਹੋਣ, 7 ਦਾ ਵਟ ਚਾੜਿਆ ਹੋਵੇ। ਹੁਣ ਇਹ ਆਤਮਾ ਦੇ ਗੁਣ ਨੇ ਸਾਰੇ। ਮਹਾਰਾਜ ਕਹਿਣ ਲੱਗੇ ਦਇਆ ਹੋਵੇ, ਸੰਤੋਖ ਹੋਵੇ, ਜਤ ਦੀਆਂ ਗੰਢਾਂ 7 ਦਾ ਵਟ ਚਾੜਿਆ ਹੋਵੇ। ਮਹਾਰਾਜ ਕਹਿਣ ਲੱਗੇ ਇਹ ਜਨੇਊ ਜੀ ਕਾ ਹਈ ਤੇ ਪਾਂਡੇ ਘਾਤ, ਜੇ ਇਹੋ ਜਿਹਾ ਕੋਈ ਜੰਝੂ ਹੈ ਤੇ ਮੈਨੂੰ ਪਹਿਨਾ ਦੇ। ਨਾਲ ਬਚਨ ਹੋਰ ਵੀ ਕਹੇ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਨਾ ਇਸ ਜੰਝੂ ਨੇ ਟੁੱਟਣਾ, ਨਾ ਮੈਲ ਲੱਗਣੀ ਆ, ਤੇ ਆਤਮਾ ਦਾ ਪਹਿਨਿਆ ਚੰਗੇ ਗੁਣਾਂ ਦਾ ਧਾਰਨ ਕੀਤਾ ਜੰਝੂ ਕਦੀ ਵਿਨਸੇਗਾ ਵੀ ਨਹੀਂ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਮਹਾਰਾਜ ਕਹਿੰਦੇ ਧੰਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ, ਉਹ ਪੁਰਖ ਧਾਨੇ ਜਿਹੜਾ ਇਹੋ ਜਿਹਾ ਜੰਝੂ ਪਹਿਨ ਕੇ ਤੁਰਦਾ ਹੈ। ਇੱਕ ਬਚਨ ਮਹਾਰਾਜ ਨੇ ਹੋਰ ਕਿਹਾ, ਕਹਿਣ ਲੱਗੇ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਇੱਕ ਸ਼ਬਦ ਹੋਰ ਵਰਤਿਆ ਮਹਾਰਾਜ ਨੇ, ਕਹਿਣ ਲੱਗੇ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਠੱਗੀਆਂ ਪਹਿਨਾਮੀਆਂ। ਇਹ ਲੰਮਾ ਬਚਨ ਕਿਹਾ ਵੀ ਲੱਖਾਂ ਚੋਰੀਆਂ ਕੀਤੀਆਂ, ਜਾਰੀਆਂ ਕੀਤੀਆਂ, ਕਰਮ ਕਾਂਡ ਕੀਤੇ, ਤੇ ਫਿਰ ਤੂੰ ਇੱਕ ਕੰਮ ਕਰਦਾ ਕਿ ਜਦੋਂ ਜੰਝੂ ਪਹਿਨਦਾ ਨਾ, ਚੌਕੜ ਮੁੱਲ ਅਨਾਇਆ
ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਮਹਾਰਾਜ ਕਹਿੰਦੇ ਤੂੰ ਕੰਮ ਇਹ ਕਰਦਾ ਵੀ 4 ਕੌਡੀਆਂ ਦਾ ਮੁੱਲ ਧਾਗਾ ਖਰੀਦ ਕੇ ਜੰਜੂ ਪਨਾ ਕੇ ਤੇ ਕੰਨ ਵਿੱਚ ਦੇ ਕੇ ਸਿੱਖਿਆ ਆਖਦਾ ਕਿ ਹੁਣ ਇਹ ਧਰਮੀ ਹੋ ਗਿਆ। ਤੇ ਗੁਰਮੁਖੋਂ ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ ਸੀ, ਕਹਿਣ ਲੱਗੇ ਮੈਨੂੰ ਇਹ ਦੱਸ ਜੰਜੂ ਪਹਿਨਾਉਣ ਵਾਲਿਆ, ਜੇ ਜੰਜੂ ਪਹਿਨਣਾ ਨਾ ਪੰਡਤ ਹਰਦਿਆਲ ਨੂੰ ਕਿਹਾ ਤੇ ਫਿਰ ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਬਾ ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਕਤੈ, ਲੈ ਪਹਾੜ ਕਰੇ ਵਿਆਹੂ ਕੜਕਾਗਲ ਦੱਸੇ ਰਾਹੂ। ਸਤਿਗੁਰੂ ਨੇ ਬਚਨ ਵਰਤਿਆ, ਕਹਿਣ ਲੱਗੇ ਆਪਣੇ ਇੰਦਰੀਆਂ ਨੂੰ ਜੰਜੂ ਪਾ, ਕੋਈ ਧਾਗਾ ਪਾ, ਅੱਖਾਂ ਮਾੜਾ ਵੇਖਣ ਨਾ, ਇਹਨੂੰ ਤੇ ਪਾਇਆ ਕੋਈ ਨਹੀਂ, ਪੈਰ ਮਾੜੀਆਂ ਥਾਵਾਂ ਤੇ ਚੱਲ ਕੇ ਜਾਣ ਨਾ, ਇਹਨੂੰ ਤੇ ਕਦੀ ਜੰਜੂ ਪਾਇਆ ਨਹੀਂ, ਰਸਨਾ ਮਾੜਾ ਬੋਲੇ ਨਾ, ਕੰਨ ਮਾੜਾ ਸੁਣ ਨਾ। ਸਤਿਗੁਰੂ ਨੇ ਜਦੋਂ ਇਹੋ ਜਿਹਾ ਰੱਬੀ ਉਪਦੇਸ਼ ਦਿੱਤਾ ਵੀ ਜੇ ਜੰਜੂ ਪਾਉਣਾ ਤੇ ਆਪਣੇ ਇੰਦਰੀਆਂ ਨੂੰ ਪਾ, ਇਹ ਤੇਰੇ ਇੰਦਰੇ ਮਾੜੇ ਕਰਮ ਮਾੜੇ ਰਾਹ ਨਾ ਤੁਰਨ। ਤੇ ਪੰਡਤ ਹਰਦਿਆਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਿਆ। ਉਹਨੇ ਆਖਿਆ ਸਤਿਗੁਰੂ ਅੱਜ ਤੱਕ ਮੈਨੂੰ ਇਹੋ ਜਿਹਾ ਰੱਬੀ ਗਿਆਨ ਰੱਬੀ ਉਪਦੇਸ਼ ਕਿਸੇ ਨੇ ਨਹੀਂ ਦੱਸਿਆ। ਸੱਚ ਇਹ ਵੀ ਕਿ ਪੰਡਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਬਣ ਗਏ। ਉਹਦੇ ਅੰਦਰ ਇੰਨਾ ਗੁਰੂ ਨੇ ਗੂੜ ਰੱਬੀ ਗਿਆਨ ਭਰਿਆ ਤੇ ਕਰਮ ਕਾਂਡਾਂ ਤੋਂ ਮੁਕਤ ਹੋ ਕੇ ਤੇ ਰੱਬੀ ਬੰਦਗੀ ਨਾਲ ਜੁੜ ਗਿਆ। ਇਹ 9 ਸਾਲ ਦੀ ਉਮਰ ਵਿੱਚ ਸਤਿਗੁਰੂ ਨੇ ਕਿਰਪਾ ਵਰਤਾਈ। ਗੁਰਮੁਖੋਂ ਇਹ 'ਚ ਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਜਾ ਇੱਕ ਕਰਮ ਕੀਤਾ ਕਿ ਆਪ ਜੀ ਨੂੰ ਪਤਾ ਹੈ ਵੀ ਮਹਿਤਾ ਕਾਲੂ ਜੀ ਉਹ ਚਾਹੁੰਦੇ ਸਨ ਕਿ ਕਿਵੇਂ ਨਾ ਕਿਵੇਂ ਪੁੱਤਰ ਕੋਈ ਨਾ ਕੋਈ ਕਿਰਤਕਾਰ ਵਿੱਚ ਲੱਗੇ, ਕਿਉਂਕਿ ਜਦੋਂ ਪਾਂਧੇ ਕੋਲ ਪੜ੍ਹਨ ਪਾਇਆ ਤੇ ਉੱਥੋਂ ਗੱਲ ਸੁਣਨ ਨੂੰ ਮਿਲ ਗਈ ਕਿ ਇਹ ਮੈਨੂੰ ਪੜ੍ਹਾਉਂਦਾ, ਮੈਂ ਨਹੀਂ ਪੜ੍ਹਾ ਸਕਾਂਗਾ। ਇਹ ਤੇ ਪਹਿਲਾਂ ਹੀ ਸਮਰੱਥ ਨੇ। ਜੇ ਅੱਜ ਪੰਡਤ ਹਰਦਿਆਲ ਜੀ ਆਏ ਤੇ ਮਹਿਤਾ ਕਾਲੂ ਜੀ ਨੇ ਇੱਥੇ ਵੀ ਵੇਖਿਆ ਵੀ ਇੱਥੇ ਤੇ ਪੰਡਤ ਹਰਦਿਆਲ ਵੀ ਸਿਰ ਝੁਕਾ ਗਿਆ, ਅੱਜ ਤੱਕ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ, ਤੇ ਗੱਲ ਇੱਥੇ ਵੀ ਨਾ ਬਣੀ। ਤੇ ਫਿਰ ਇਤਿਹਾਸ ਵਿੱਚ ਨਿੱਕੀਆਂ ਨਿੱਕੀਆਂ ਗਥਾਵਾਂ ਨੇ ਕਿ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਘੱਟੋ ਘੱਟ ਮੱਝਾਂ ਚਾਰਨ ਵਾਲੇ ਪਾਸੇ, ਉਸ ਵੇਲੇ ਬੜੀ ਵੱਡੀ ਗੱਲ ਸੀ, ਅਮੀਰ ਘਰਾਣੇ ਵਿੱਚ ਚੰਗੇ ਚੰਗੇ ਮੱਝਾਂ ਪਸ਼ੂ ਰੱਖਣੇ ਤੇ ਇਧਰਲੇ ਪਾਸੇ ਤੋਰਾ। ਗੁਰਮੁਖੋ ਇਤਿਹਾਸ ਪੜ੍ਹੋ ਤੇ ਗੱਲ ਮੱਝਾਂ ਚਾਰਨ ਦੀ ਨਹੀਂ ਸੀ। ਅਸਲ ਗੱਲਬਾਤ ਇਹ ਸੀ ਵੀ ਬਹੁਤ ਲੋਕ ਉਸ ਵੇਲੇ ਰੋਜ਼ਾਨਾ ਪਸ਼ੂ ਚਾਰਨ ਜਾਂਦੇ ਸਨ ਤੇ ਹਜੂਰ ਨੇ ਉਹਨਾਂ ਨੂੰ ਵੰਡਣਾ ਸੀ ਰੱਬੀ ਉਪਦੇਸ਼। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਪਿਤਾ ਦੇ ਕਹੇ ਹੋਏ ਬਚਨ ਨੂੰ ਮੰਨ ਕੇ ਜਦੋਂ ਮੱਝਾਂ ਚਾਰਨ ਗਏ ਤੇ ਉੱਥੇ ਜਿੰਨੇ ਲੋਕ ਮੱਝਾਂ ਚਾਰਦੇ ਸਨ ਹੋਰ ਵੀ, ਤੇ ਉਹਨਾਂ ਨੂੰ ਸਤਿਗੁਰੂ ਨੇ ਵੰਡਣਾ ਰੱਬੀ ਉਪਦੇਸ਼, ਧਰਮ ਦਾ ਰੱਬੀ ਬੰਦਗੀ ਨਾਮ ਨਾਲ ਜੋੜਨਾ। ਤੇ ਇਤਿਹਾਸ ਇਹ ਕਹਿੰਦਾ ਵੀ ਇੱਕ ਦਿਨ ਇੱਕ ਥਾਂ ਇਕਾਂਤ ਵਿੱਚ ਬੈਠੇ ਸਨ ਰੱਬੀ ਬੰਦਗੀ ਭਗਤੀ ਵਿੱਚ, ਤੇ ਮੱਝਾਂ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਚਲੀਆਂ ਗਈਆਂ। ਉਹਨੇ ਰਾਏ ਬੁਲਾਰ ਕੋਲ ਕੀਤੀ ਸ਼ਿਕਾਇਤ, ਤੇ ਜਦੋਂ ਮਹਾਰਾਜ ਨੂੰ ਬੁਲਾਇਆ ਤੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਜ਼ਿਮੀਂਦਾਰ ਤੇਰਾ ਕਾਈ ਨਹੀਂ ਵਿਗੜਿਆ, ਰੱਬ ਇਸੇ ਵਿੱਚ ਭਲੀ ਕਰੇਗਾ। ਤੇ ਗੁਰਮੁਖੋਂ ਉਹਦੇ ਖੇਤ ਵਿੱਚੋਂ ਫਸਲ ਗੁਰੂ ਦੀ ਕਿਰਪਾ ਨਾਲ ਬੜੀ ਪ੍ਰਫੁੱਲਤ ਹੋ ਕੇ ਨਿਕਲੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮੱਝਾਂ ਚਰਾ ਕੇ ਕਿਰਤ ਵੀ ਕੀਤੀ, ਤੇ ਜਿੰਨੇ ਲੋਕ ਮੱਝਾਂ ਚਾਰਨ ਜਾਂਦੇ ਸਨ ਉਹਨਾਂ ਨੂੰ ਰੱਬੀ ਉਪਦੇਸ਼ ਵੀ ਵੰਡਿਆ। ਤੇ ਤੀਜਾ ਜ਼ਿਮੀਂਦਾਰ ਨੂੰ ਸਮਝਾਇਆ, ਦੇਣ ਵਾਲਾ ਪਰਮਾਤਮਾ ਹੈ, ਇਹ ਗੱਲ ਭੁੱਲੋ ਨਾ, ਜੇ ਰਿਜ਼ਕ ਦੇਣਾ ਹੋਵੇ ਤੇ ਉਹ ਬੇਅੰਤ ਰਿਜ਼ਕ ਝੋਲੀ ਵਿੱਚ ਵੀ ਪਾ ਦਿੰਦੇ, ਤੇ ਜੇ ਖੋਣਾ ਹੋਵੇ ਤੇ ਉਹ ਘਰ ਦੀ ਕੋਠੜੀ ਵਿੱਚੋਂ ਵੀ ਲੈ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕਿਰਪਾ ਵਰਤਾਈ। ਮਹਿਤਾ ਕਾਲੂ ਪਿਤਾ ਸੀ, ਪਿਤਾ ਦਾ ਆਪਣਾ ਹੱਕ ਹੁੰਦਾ ਜੀ, ਉਹਨੇ ਕਦੀ ਕਦਾਈ ਨਾਰਾਜ਼ ਵੀ ਹੋਣਾ। ਇਤਿਹਾਸ ਵਿੱਚ ਲਿਖਿਆ ਵੀ ਘਰ ਵਿੱਚ ਕੋਈ ਲੋੜਵੰਦ ਆਉਂਦਾ ਸੀ ਨਾ,
ਕਈ ਵਾਰ ਤੇ ਗੁਰੂ ਨਾਨਕ ਸਾਹਿਬ ਇੱਥੋਂ ਤੱਕ ਘਰੋਂ ਖਾਣ ਪਾਣ ਵਾਸਤੇ ਦਾਣਾ ਕੱਪੜਾ ਤੇ ਦੇਣਾ ਹੀ ਦੇਣਾ, ਕਈ ਵਾਰ ਆਪਣੇ ਘਰ ਵਿੱਚੋਂ ਚੁੱਕ ਕੇ ਟੋਕਰੀ ਵਿੱਚੋਂ ਭਾਂਡੇ ਵੀ ਦੇ ਦਿੰਦੇ ਸਨ ਲੋੜਵੰਦਾਂ ਨੂੰ। ਤੇ ਮਹਿਤਾ ਕਾਲੂ ਜੀ ਨੇ ਕਈ ਵਾਰੀ ਆਖਣਾ, ਲੋਕੀ ਲੁੱਟ ਕੇ ਘਰ ਭਰਦੇ ਆ, ਮੇਰਾ ਘਰ ਉਜਾੜਦਾ ਪਿਆ। ਰਾਏ ਬੁਲਾਰ ਬੜਾ ਸ਼ਰਧਾਲੂ ਸੀ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਇੱਕ ਬਚਨ ਕਿਹਾ ਸੀ, ਮਹਿਤਾ ਕਾਲੂ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਤੈਨੂੰ ਲੱਗਦਾ ਹੈ ਨਾ ਵੀ ਕੁਝ ਵਿਗਾੜਦੇ ਨੇ, ਇੱਕ ਕੰਮ ਕਰੀ, ਤੂੰ ਇਹਨਾਂ ਨੂੰ ਕੁਝ ਕਿਹਾ ਨਾ ਕਰ, ਮੇਰੇ ਖਜ਼ਾਨੇ ਵਿੱਚੋਂ ਭਾਵੇਂ ਦੁੱਗਣਾ ਲੈ ਦਿਆ ਕਰ। ਕਿਉਂਕਿ ਉਹਨੇ ਕਿਰਪਾ ਲਈ ਸੀ। ਇੱਕ ਬੇਬੇ ਨਾਨਕੀ ਤੇ ਦੂਸਰਾ ਰਾਏ ਬੁਲਾਰ, ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਭ ਤੋਂ ਪਹਿਲਾਂ ਪ੍ਰਾਪਤ ਕੀਤੀ।